ਇਹ ਰੇੜਕਾ ਕੀ ਚੱਲ ਰਿਹਾ ਹੈ? ਭਗਵੰਤ ਮਾਨ ਸਾਹਿਬ, ਗਵਰਨਰ ਸਾਹਿਬ, ਚੱਲ ਕੀ ਰਿਹਾ ਹੈ? ਇੱਕ ਤਰੀਕੇ ਦੇ ਨਾਲ ਇਹ ਵੀ ਦਿੱਲੀ ਵਾਲਾ ਮਾਡਲ ਸੀਗਾ ਜਿਹੜਾ ਪੰਜਾਬ ਚ ਆ ਰਿਹਾ ਹੁਣ ਦਿਖ ਰਿਹਾ। ਜਿਸ ਤਰੀਕੇ ਨਾਲ ਪਹਿਲਾਂ ਉੱਥੇ ਐਲਜੀ ਦੇ ਨਾਲ ਰੇੜਕਾ ਰਹਿੰਦਾ ਸੀਗਾ, ਇੱਥੇ ਪੰਜਾਬ ਚ ਹੁਣ ਤੁਸੀਂ ਕਹਿੰਦੇ ਹੋ ਵੀ ਗਵਰਨਰ ਨਾਲ ਹੁਣ ਰਿਹਾ ਕਰੂਗਾ। ਬਿਲਕੁਲ। ਚਿੱਠੀ ਦਾ ਇੱਕ ਰੇੜਕਾ ਬੜਾ ਮਜ਼ੇਦਾਰ ਹੋ ਰਿਹਾ। ਇੱਕ ਚਿੱਠੀ ਪੰਜਾਬੀ ਵਾਲੀ ਤਾਂ ਮੀਡੀਆ ਦੇ ਕੋਲ ਪਹੁੰਚ ਗਈ ਤੇ ਗਵਰਨਰ ਦੇ ਕੋਲ ਪਹੁੰਚੀ ਹੈ ਇੰਗਲਿਸ਼ ਵਾਲੀ ਚਿੱਠੀ। ਉਹ ਜੋ ਪੰਜਾਬੀ ਦੇ ਵਿੱਚ ਜੋ ਲਿਖਿਆ ਗਿਆ ਸੀਗਾ ਕਿ ਤੁਸੀਂ ਇਸ ਤਰੀਕੇ ਨਾਲ ਸਰਕਾਰ ਦੇ ਕੰਮਾਂ 'ਚ ਅੜਿੱਕਾ ਬਣ ਰਹੇ ਹੋ ਜੀ, ਪੰਜਾਬ ਦੇ ਲੋਕ ਇਸ ਨੂੰ ਪਸੰਦ ਨਹੀਂ ਕਰ ਰਹੇ, ਉਹ ਇੰਗਲਿਸ਼ ਵਾਲੀ 'ਚ ਹੈ ਹੀ ਨਹੀਂ ਸੀ ਜਿਹੜੀ ਰਾਜਪਾਲ ਦੇ ਕੋਲ ਪਹੁੰਚੀ ਹੈ। ਤੇ ਮੀਡੀਆ ਦੇ ਵਿੱਚ ਇੱਕ ਸ਼ੋਅ ਕਰਨ ਦੇ ਲਈ ਇਹ ਇਸ ਤਰ੍ਹਾਂ ਦੀ ਚਿੱਠੀ ਆ ਗਈ ਤੇ ਮੀਡੀਆ ਵਾਲੀ ਚਿੱਠੀ 'ਚ ਉਹ ਗੱਲਾਂ ਸੀਗੀਆਂ ਜਿਹੜੀਆਂ ਰਾਜਪਾਲ ਵਾਲੀ 'ਚ ਹੈ ਹੀ ਨਹੀਂ ਸੀਗੀਆਂ। ਨਵੇਂ ਐਮਐਲਏ ਬਣੇ ਨੇ, ਪਤਾ ਹੀ ਨਹੀਂ ਲੱਗਿਆ ਵੀ ਗਵਰਨਰ ਦੀ ਇੱਕ ਮਰਿਆਦਾ ਹੁੰਦੀ, ਉਹਨਾਂ ਨਾਲ ਕਿਵੇਂ ਗੱਲ ਕਰਨੀ ਹੈ। ਗਵਰਨਰ ਸਾਹਿਬ ਵੀ ਥੋੜਾ ਜਿਹਾ ਪਰਸਨਲ ਲੈ ਗਏ ਇਸ ਮੈਟਰ ਨੂੰ। ਸਿਆਸਤ ਲਾਈਵ 'ਚ ਤੁਹਾਡਾ ਸਵਾਗਤ ਹੈ। ਅੱਜ ਮੈਂ ਸਿਆਸਤ ਲਾਈਵ ਦੀ ਉਸ ਭੂਮਿਕਾ 'ਚ ਹਾਂ ਜਿੱਥੇ ਅਕਸਰ ਰਾਓ ਵਰਿੰਦਰ ਸਿੰਘ ਹੁੰਦੇ ਹੈ। ਰਾਓ ਵਰਿੰਦਰ ਸਿੰਘ ਨਾਲ ਚਰਚਾ ਕਰੀਦੀ ਹੈ ਵੱਖ-ਵੱਖ ਮੁੱਦਿਆਂ ਤੇ। ਅੱਜ ਰਾਓ ਵਰਿੰਦਰ ਸਿੰਘ ਮੇਰੇ ਨਾਲ ਨੇ, ਇਹ ਨਹੀਂ ਹੈ ਕਿ ਨਹੀਂ ਹੈਗੇ, ਪਰ ਅੱਜ ਸਵਾਲ ਮੈਂ ਕਰ ਰਿਹਾ, ਜਵਾਬ ਰਾਓ ਵਰਿੰਦਰ ਸਿੰਘ ਹੋਣਾ ਤੋਂ ਲੈਣੇ ਆ। ਸਵਾਗਤ ਹੈ ਰਾਓ ਜੀ ਤੁਹਾਡਾ। ਜੀ ਧੰਨਵਾਦ ਬਹੁਤ। ਇਹ ਰੇੜਕਾ ਕੀ ਚੱਲ ਰਿਹਾ ਹੈ? ਭਗਵੰਤ ਮਾਨ ਸਾਹਿਬ, ਗਵਰਨਰ ਸਾਹਿਬ, ਚੱਲ ਕੀ ਰਿਹਾ ਹੈ? ਇਹ ਦੇਖਣ ਨੂੰ ਦੇਖਿਆ ਜਾਵੇ ਤਾਂ ਜਿਸ ਤਰੀਕੇ ਨਾਲ ਸਰਕਾਰ ਕਹਿ ਰਹੀ ਸੀ ਕਿ ਅਸੀਂ ਦਿੱਲੀ ਵਾਲੇ ਮਾਡਲ ਪੰਜਾਬ 'ਚ ਲੈ ਕੇ ਆਉਣੇ ਨੇ, ਤੇ ਇੱਕ ਤਰੀਕੇ ਦੇ ਨਾਲ ਇਹ ਵੀ ਦਿੱਲੀ ਵਾਲਾ ਮਾਡਲ ਸੀਗਾ ਜਿਹੜਾ ਪੰਜਾਬ 'ਚ ਆ ਰਿਹਾ ਹੁਣ ਦਿਖ ਰਿਹਾ। ਜਿਸ ਤਰੀਕੇ ਨਾਲ ਪਹਿਲਾਂ ਉੱਥੇ ਐਲਜੀ ਦੇ ਨਾਲ ਰੇੜਕਾ ਰਹਿੰਦਾ ਸੀਗਾ, ਇੱਥੇ ਪੰਜਾਬ 'ਚ ਹੁਣ ਤੁਸੀਂ ਕਹਿੰਦੇ ਹੋ ਵੀ ਗਵਰਨਰ ਨਾਲ ਹੁਣ ਰਿਹਾ ਕਰੂਗਾ। ਬਿਲਕੁਲ। ਪਰ ਇਹ ਫਿਰ ਤਾਂ ਇਹ ਮਾਡਲ ਬੀਜੇਪੀ ਦਾ ਵੀ ਹੋਇਆ, ਕਿਉਂਕਿ ਆਮ ਆਦਮੀ ਪਾਰਟੀ ਸੈਂਟਰ ਦੇ ਉੱਤੇ ਦੋਸ਼ ਦਿੱਲੀ ਚ ਲਾਉਂਦੀ ਰਹੀ ਹੈ ਜੀ ਕਿ ਐਲਜੀ ਹਰੇਕ ਗੱਲ ਚ ਆਪਦੀ ਨਹੀਂ। ਬੀਜੇਪੀ ਦੀਆਂ ਹੋਰ ਪਾਸੇ ਹੋਰ ਵੀ ਬਹੁਤ ਸਰਕਾਰਾਂ ਨੇ, ਜਿਵੇਂ ਰਾਜਸਥਾਨ ਦੇ ਵਿੱਚ ਹੈ ਤਾਂ ਰਾਜਸਥਾਨ ਦੇ ਵਿੱਚ ਗਵਰਨਰ ਦੇਖ ਲਓ, ਤਾਂ ਪਹਿਲਾਂ ਦੇਖ ਲਓ, ਇਸ ਤੋਂ ਪਹਿਲਾਂ ਵੀ ਗਵਰਨਰ ਰਹਿ ਕੇ ਗਏ ਨੇ, ਕੈਪਟਨ ਵੀ ਰਹਿ ਕੇ ਗਏ ਨੇ ਤੇ ਚਰਨਜੀਤ ਚੰਨੀ ਵੀ ਰਹਿ ਕੇ ਗਏ ਨੇ। ਮਤਲਬ ਇਹ ਦੂਸਰਾ ਦੂਸਰਾ ਮਾਮਲਾ, ਦੂਸਰੀ ਸਟੇਜ ਦਾ ਸਾਹਮਣੇ ਆਇਆ ਵੀ ਪਹਿਲਾਂ ਦਿੱਲੀ ਚ ਮੰਨਿਆ ਸੀ, ਚਲੋ ਠੀਕ ਹੈ, ਸਰਕਾਰ ਕੋਲ ਉਹਨੇ ਅਧਿਕਾਰ ਨਹੀਂ ਸੀ। ਹਮੇਸ਼ਾ ਕੇਜਰੀਵਾਲ ਕਹਿੰਦੇ ਸੀਗੇ ਕਿ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ, ਅਸੀਂ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਦੇ ਆ। ਇੱਕ ਪਾਸੇ ਤਾਂ ਉਹ ਕਨਸਟੀਟਿਊਸ਼ਨਲ ਗੱਲ ਕਰ ਰਹੇ ਆ, ਗਵਰਨਰ ਕਹਿ ਰਹੇ ਆ ਕਿ ਜਿਹੜਾ ਪੈਨਲ ਭੇਜਣਾ ਹੁੰਦਾ ਹੈ, ਤਿੰਨ ਨਾਮ ਭੇਜਣੇ ਆ, ਔਰ ਇਸੇ ਤਰ੍ਹਾਂ ਹੀ ਹੈ, ਤੁਸੀਂ ਕੱਲਾ ਇਹ ਨਹੀਂ ਹੈ। ਜਿਵੇਂ ਮੈਂ ਦਰਸ਼ਕਾਂ ਨੂੰ ਮਿਸਾਲ ਦੇ ਤੌਰ ਤੇ, ਜਿਵੇਂ ਚੰਡੀਗੜ੍ਹ ਦਾ ਐਸਐਸਪੀ ਲਾਉਣ ਦੀ ਗੱਲ ਹੈ, ਚੰਡੀਗੜ੍ਹ ਜਿਹੜੀ ਹੈ ਉਹ ਗਵਰਨਰ ਦੇ ਹੇਠਾਂ ਆਉਂਦਾ ਹੈ ਕਿਉਂਕਿ ਯੂਨੀਅਨ ਟੈਰੀਟਰੀ ਹੈ, ਤਾਂ ਉਹਦਾ ਪੈਨਲ ਵੀ ਜਿਹੜਾ ਪੰਜਾਬ ਸਰਕਾਰ ਹੀ ਭੇਜਦੀ ਹੈ, ਪਰ ਉਹ ਤਿੰਨ ਨਾਮ ਭੇਜੇ ਜਾਂਦੇ ਆ। ਉਹੀ ਰਾਜਪਾਲ ਕਹਿ ਰਹੇ ਨੇ ਨਾ, ਉਹ ਪੈਨਲ ਤਿੰਨ ਨਾਮ ਭੇਜੇ ਜਾਂਦੇ, ਫਿਰ ਉਹ ਗਵਰਨਰ ਕੋਲੇ ਜਾਂਦੇ, ਫਿਰ ਉਹ ਅੱਗੋਂ ਦਿੰਦੇ। ਐਤਕੀ ਗਵਰਨਰ ਕਹਿ ਰਿਹਾ ਕਿ ਦੋਨਾਂ ਯੂਨੀਵਰਸਿਟੀਆਂ ਦੇ ਜਿਹੜੇ ਵੀਸੀ ਲਾਏ ਗਏ ਉਹ ਸਿੱਧੇ ਹੀ ਲਾਤੇ, ਪੈਨਲ ਨਹੀਂ ਦਿੱਤਾ, ਬਿਲਕੁਲ ਨਹੀਂ ਦਿੱਤਾ। ਫਿਰ ਉਹ ਇਹ ਵੀ ਕਹਿ ਰਹੇ ਵੀ ਚੇਅਰਮੈਨ ਤਾਂ ਕਮੇਟੀ ਦਾ ਮੈਂ ਹੀ ਆ, ਕਿਉਂਕਿ ਉਹ ਚਾਂਸਲਰ ਨੇ ਜੀ, ਚਾਂਸਲਰ ਗਵਰਨਰ ਹੈ ਜਿਹੜਾ ਵੀਸੀਆਂ ਜਿਹੜਾ ਯੂਨੀਵਰਸਿਟੀਆਂ ਦਾ, ਤੇ ਵਾਈਸ ਚਾਂਸਲਰ ਅਪਾਇੰਟ ਕਰਨਾ। ਥੋੜਾ ਇਹਦੇ ਤੇ ਸਾਨੂੰ ਦੱਸੋ। ਇਹਦੇ ਤੇ ਦਰਅਸਲ ਦੇ ਵਿੱਚ ਇਹ ਹੈ ਕਿ ਜੇ ਕੱਲ ਜਿਹੜਾ ਚਿੱਠੀ ਵੀ ਆਈ ਸੀ, ਇੱਕ ਪਹਿਲਾਂ ਤਾਂ ਦੇਖੋ ਚਿੱਠੀ ਦਾ ਇੱਕ ਰੇੜਕਾ ਬੜਾ ਮਜ਼ੇਦਾਰ ਹੋ ਰਿਹਾ। ਇੱਕ ਚਿੱਠੀ ਪੰਜਾਬੀ ਵਾਲੀ ਤਾਂ ਮੀਡੀਆ ਦੇ ਕੋਲ ਪਹੁੰਚ ਗਈ ਤੇ ਗਵਰਨਰ ਦੇ ਕੋਲ ਪਹੁੰਚੀ ਹੈ ਇੰਗਲਿਸ਼ ਵਾਲੀ ਚਿੱਠੀ ਜੀ। ਤੇ ਉਹ ਜੋ ਪੰਜਾਬੀ ਦੇ ਵਿੱਚ ਜੋ ਲਿਖਿਆ ਗਿਆ ਸੀਗਾ ਕਿ ਤੁਸੀਂ ਇਸ ਤਰੀਕੇ ਨਾਲ ਸਰਕਾਰ ਦੇ ਕੰਮਾਂ 'ਚ ਅੜਿੱਕਾ ਬਣ ਰਹੇ ਹੋ ਜੀ, ਪੰਜਾਬ ਦੇ ਲੋਕ ਇਸ ਨੂੰ ਪਸੰਦ ਨਹੀਂ ਕਰ ਰਹੇ, ਉਹ ਇੰਗਲਿਸ਼ ਵਾਲੀ 'ਚ ਹੈ ਹੀ ਨਹੀਂ ਸੀ ਜਿਹੜੀ ਰਾਜਪਾਲ ਦੇ ਕੋਲ ਪਹੁੰਚੀ ਹੈ। ਇੱਕ ਉਹ ਵੀ ਗੱਲ ਦਲ ਨੇ ਵੀ ਰਿਐਕਟ ਕੀਤਾ ਇਹਦੇ ਤੇ, ਕਿਹਾ ਕਿ ਟ੍ਰਾਂਸਲੇਸ਼ਨ ਦਿਖਾਓ ਤੁਸੀਂ, ਕਿ ਹੈ ਨਹੀਂ ਸੀ, ਉਹ ਮਿਸਿੰਗ ਹੈ, ਬਿਲਕੁਲ ਉਹ ਗੱਲਾਂ ਨਹੀਂ ਸੀਗੀਆਂ। ਦੂਸਰੀ ਗੱਲ ਇਹ ਕੀ ਹੋਇਆ ਕਿ ਜਿਹੜੀ ਮੀਡੀਆ ਕੋਲ ਆਈ ਉਹ ਗਲਤ ਚਿੱਠੀ ਆ, ਉਹ ਫੈਬਰੀਕੇਟਡ ਆ ਗਈ? ਗਲਤ ਨਹੀਂ, ਹਾਂ ਵੀ ਮਤਲਬ ਇੱਥੋਂ ਸਵਾਲ ਇਹ ਉੱਠਦਾ ਕੁਝ ਹੋਰ ਤੇ ਮੀਡੀਆ ਨੂੰ ਕੁਝ ਹੋਰ ਦੇਤਾ, ਤੁਸੀਂ ਇਹ ਕਹਿ ਰਹੇ? ਯੈਸ ਮਤਲਬ ਵੀ ਕਿ ਰਾਜਪਾਲ ਕੋਲ ਤਾਂ ਜਾਣ ਦੇ ਲਈ ਤਾਂ ਇੰਗਲਿਸ਼ 'ਚ ਲਿਖੀ ਗਈ ਸੀ ਚਿੱਠੀ, ਤੇ ਮੀਡੀਆ ਦੇ ਵਿੱਚ ਇੱਕ ਸ਼ੋਅ ਕਰਨ ਦੇ ਲਈ ਇਹ ਇਸ ਤਰ੍ਹਾਂ ਦੀ ਚਿੱਠੀ ਆ ਗਈ, ਤੇ ਮੀਡੀਆ ਵਾਲੀ ਚਿੱਠੀ 'ਚ ਉਹ ਗੱਲਾਂ ਸੀਗੀਆਂ ਜਿਹੜੀਆਂ ਰਾਜਪਾਲ ਵਾਲੇ 'ਚ ਹੈ ਹੀ ਨਹੀਂ ਸੀਗੀਆਂ। ਤਾਂ ਰਾਜਪਾਲ ਨੇ ਕੀ ਰਿਐਕਟ ਕੀਤਾ ਹੁਣ ਇਹਦੇ ਤੇ? ਰਾਜਪਾਲ ਜਿਹੜੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜੀ, ਰਾਜਪਾਲ ਨੇ ਆ ਕੇ ਬਹੁਤ ਸਾਰੀਆਂ ਗੱਲਾਂ, ਗਵਰਨਰ ਸਾਹਿਬ ਨੇ ਆ ਕੇ ਬਹੁਤ ਕੁਝ ਕਿਹਾ, ਇਹਦੇ ਵਿੱਚ ਬਹੁਤ ਕੁਝ ਬੋਲੇ। ਉਹ ਥੋੜੇ ਜਿਹੇ ਇਹੋ ਜਿਹੇ ਪਹਿਲਾਂ ਕਦੇ ਨਹੀਂ ਦੇਖੇ, ਕਿਉਂਕਿ ਗਵਰਨਰ ਦੀ ਆਪਣੀ ਇੱਕ ਮਰਿਆਦਾ। ਇੱਕ ਹੋਰ ਗੱਲ ਵੀ ਸੀ ਇਹਦੇ ਜੁੜਦੀ ਹੋਈ,
ਜਿਵੇਂ ਦੇਵਮਾਨ ਨਾਭੇ ਵਾਲੇ ਐਮਐਲਏ ਸਾਹਿਬ ਦਾ ਬਿਆਨ ਆ ਗਿਆ ਕਿ ਨਾਭੇ ਆ ਕੇ ਚੋਣ ਲੜ ਕੇ ਦਿਖਾ ਲੈਣ, ਪਤਾ ਲੱਗ ਜੂਗਾ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਵੀ ਟੈਕਟੀਕਲੀ ਕੀਤਾ ਗਿਆ ਕਿ ਤੁਸੀਂ ਅਟੈਕ ਕਰਦੇ ਹੋ ਇੱਕ ਇਹੋ ਜਿਹੇ ਐਮਐਲਏ ਤੋਂ ਅਟੈਕ ਕਰਾਤਾ, ਜਾਂ ਫਿਰ ਉਹ ਤੁਹਾਨੂੰ ਲੱਗਦਾ ਹੈ ਰਾਓ ਜੀ ਕਿ ਉਹ ਆਪਦੀ ਪਰਸਨਲ ਕੈਪੈਸਿਟੀ 'ਚ ਹੀ ਕਹੇ ਨਵੇਂ ਐਮਐਲਏ ਬਣੇ ਨੇ, ਪਤਾ ਹੀ ਨਹੀਂ ਲੱਗਿਆ ਵੀ ਗਵਰਨਰ ਦੀ ਇੱਕ ਮਰਿਆਦਾ ਹੁੰਦੀ, ਉਹਨਾਂ ਨਾਲ ਕਿਵੇਂ ਗੱਲ ਕਰਨੀ ਹੈ। ਬਿਲਕੁਲ ਬਿਲਕੁਲ, ਉਹ ਆਪਣਾ ਪਰਸਨਲੀ ਜਿੱਦਾਂ ਦਾ ਉਹਨਾਂ ਦਾ ਚੱਲਦਾ ਆ ਰਿਹਾ ਕਿ ਹਰ ਇੱਕ ਗੱਲ ਤੇ ਬਿਆਨ ਦੇ ਦੇਣਾ ਆ, ਤੇ ਉਹ ਚੀਜ਼ਾਂ ਉਹ ਫੋਲੋ ਕਰ ਰਹੇ ਦੇਵਮਾਨ। ਖੈਰ ਮੇਰੇ ਖਿਆਲ 'ਚ ਉਹਨਾਂ ਨੂੰ ਰਿਅਲਾਈਜ਼ ਹੋ ਜਾਣਾ ਕਿ ਇਹ ਥੋੜਾ ਜਿਹਾ ਜ਼ਿਆਦਾ ਹੋ ਗਿਆ। ਇਹ ਉਹ ਸੰਵਿਧਾਨਿਕ ਉਹਨਾਂ ਨੇ ਕਿਹਾ ਵੀ ਹੈ, ਗਵਰਨਰ ਨੇ ਆਪਦੀ ਪ੍ਰੈਸ ਕਾਨਫਰੰਸ ਜੇ ਸੁਣੋ, ਉਹਨਾਂ ਨੇ ਕਿਹਾ ਕਿ ਸੰਵਿਧਾਨਿਕ ਹੈਡ ਸਟੇਟ ਦਾ ਮੈਂ ਆ ਹਾਂ, ਤੇ ਉਹ ਇਹ ਰਿਅਲਾਈਜ਼ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਵੀ ਜਿਹੜਾ ਘਰ ਦਾ ਮੁਖੀ ਭਾਈ ਮੈਂ ਆ, ਇਹ ਨਹੀਂ ਹੈ ਕਿ ਤੁਹਾਡੀ ਮਰਜ਼ੀ। ਲੇਕਿਨ ਮੈਨੂੰ ਇਹ ਲੱਗਦਾ ਰਾਓ ਜੀ ਇਸ ਪੂਰੀ ਘਟਨਾ ਦੇ ਵਿੱਚ ਕਿ ਆਮ ਆਦਮੀ ਪਾਰਟੀ ਨੂੰ ਕਨਸਟੀਟਿਊਸ਼ਨਲੀ ਜੋ ਰਾਈਟ ਹੈ ਉਵੇਂ ਮੂਵ ਕਰਨਾ ਚਾਹੀਦਾ ਹੈ। ਜੇ ਫਿਰ ਇਹ ਵੀ ਗੱਲ ਹੈ, ਤੁਸੀਂ ਦੂਜੇ ਪਾਸੇ ਦੇਖੋ, ਜਿਵੇਂ ਪਰ ਡਾਕਟਰ ਵਾਂਡਰ ਨੇ ਬਾਅਦ ਚ ਨਾਮ ਵਾਪਸ ਲੈ ਲਿਆ ਜਦੋਂ ਇਹ ਗੱਲ ਹੁੰਦੀ ਹੈ, ਔਰ ਉਹ ਇੱਕ ਸਿੱਧੇ ਤੌਰ ਤੇ ਸੀਗਾ ਕਿ ਯਾਰ ਇਹ ਤਾਂ ਬੇਇੱਜ਼ਤੀ ਵਾਲੀ ਗੱਲ ਹੈ ਕਿ ਤੁਸੀਂ ਐਡੇ ਵੱਡੇ ਬੰਦੇ ਨੂੰ ਜਦੋਂ ਪੁਆਇੰਟ ਕਰ ਦਿੰਦੇ ਹੋ ਬਾਅਦ ਚ ਰੇੜਕਾ ਪੈ ਜਾਂਦਾ। ਹੁਣ ਗੋਸਲ ਸਾਹਿਬ ਦਾ ਵੀ ਤੁਸੀਂ ਦੇਖੋ ਕਿ ਜਦੋਂ ਹਟਾ ਦਿੱਤੇ ਜਾਂਦੇ ਆ ਤਾਂ ਜੇ ਨਵਾਂ ਕੋਈ ਵੀਸੀ ਲੱਗ ਜਾਂਦਾ ਉਹਨਾਂ ਦੀ ਜਗ੍ਹਾ ਤੇ ਆ ਕੇ, ਤਾਂ ਇਹ ਇੱਕ ਐਸੇ ਬੰਦੇ, ਇੱਕ ਐਸੀ ਸ਼ਖਸੀਅਤ ਜਿਹਨੂੰ ਤੁਸੀਂ ਚੂਜ਼ ਕੀਤਾ ਕਿ ਉਹ ਉੱਥੇ ਬੈਠੇ, ਪਰ ਜੇ ਉਹਨਾਂ ਨੇ ਹਵਾਲਾ ਦਿੱਤਾ, ਉਹਨਾਂ ਨੇ ਕਿਹਾ ਕਿ ਮੈਂ ਕਿੰਨੇ ਵੀਸੀ 27 ਤਾਮਿਲਨਾਡੂ ਤੇ ਅਸਾਮ ਸਮੇਤ, ਤਾਮਿਲਨਾਡੂ ਦਾ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮੈਂ ਜਿਹੜਾ ਕਾਬਲ ਬੰਦਾ ਉੱਥੇ ਲਾਇਆ। ਹਾਂ, ਉਹ ਕਹਿੰਦੇ ਕਿ 40 ਕਰੋੜ ਰੁਪਏ ਦੇ ਵਿੱਚ ਵੀਸੀ ਦੀ ਕੁਰਸੀ ਵਿਕਦੀ ਸੀ, ਮਤਲਬ ਮੁੱਲ ਲੱਗਦਾ ਸੀ। ਕਹਿੰਦੇ ਇੱਕ ਬੰਦਾ ਆਇਆ ਜਿਹੜਾ ਪਹਿਲਾਂ ਵੀ ਵੀਸੀ ਸੀ, 40 ਕਰੋੜ ਰੁਪਏ ਲੈ ਗਿਆ। ਨਹੀਂ, ਉਹ ਕਹਿੰਦੇ ਕਿ ਮੈਨੂੰ ਲਾ ਦਿਓ ਜੀ, ਤੁਸੀਂ ਫਲਾਣਾ ਕਰ ਦਿਓ। ਕਹਿੰਦੇ ਵੀ ਬਾਅਦ ਚੋਂ ਮੈਨੂੰ ਪਤਾ ਲੱਗਿਆ ਕਿ ਵੀਸੀ ਬਣਨ ਤੋਂ ਬਾਅਦ ਇਸ ਬੰਦੇ ਨੇ ਟਰਾਂਸਪੋਰਟ ਟੈਕਸ ਕੀਤਾ ਗਿਆ। ਇਹ ਬੜਾ ਵੱਡਾ ਸਵਾਲ ਹੈ ਕਿ ਜੇ ਕਹਿ ਰਹੇ ਆ ਕਿ ਮੈਂ 27 ਲਾਏ ਆ ਤੇ ਮੈਂ ਇਦੋਂ ਪਹਿਲਾਂ ਜਿਹੜੇ ਵੀਸੀ ਤਮਿਲਨਾਡੂ ਦੇ ਲਾਏ ਉਹ ਬੜੇ ਕਾਬਲ ਸੀਗੇ, ਤਾਂ ਕੀ ਗੋਸਲ ਸਾਹਿਬ ਤੇ ਜਾਂ ਡਾਕਟਰ ਵਾਂਡਰ ਦੇ ਉੱਤੇ ਕਟਾਕਸ਼ ਕੀਤਾ? ਮੈਨੂੰ ਲੱਗਦਾ ਕਿ ਨਾ ਗਵਰਨਰ ਸਾਹਿਬ ਵੀ ਥੋੜਾ ਜਿਹਾ ਪਰਸਨਲ ਲੈ ਗਏ ਇਸ ਮੈਟਰ ਨੂੰ। ਜੇ ਆਪਾਂ ਕਹੀਏ ਕਿ ਸਰਕਾਰ ਦਾ ਕਸੂਰ ਆ, ਰਾਜਪਾਲ ਦਾ ਨਹੀਂ ਹੈਗਾ, ਜਾਂ ਮਤਲਬ ਪੁਰਾਣੀਆਂ ਜੇਕਰ ਆਪਾਂ ਚੱਕ ਕੇ ਦੇਖੀਏ ਤਾਂ ਜੋ ਕੈਪਟਨ ਅਮਰਿੰਦਰ ਸਿੰਘ ਉਦੋਂ ਲਾਉਂਦੇ ਹੁੰਦੇ ਸੀਗਾ ਤਾਂ ਉਹ ਵੀ ਇਦਾਂ ਹੀ ਕਰਦੇ ਹੁੰਦੇ ਸੀ ਕਿ ਆਹ ਇੱਕ ਨਾਮ ਭੇਜਤਾ ਜੀ, ਤੁਸੀਂ ਕੱਲ ਜਾ ਕੇ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਦੀ ਕੁਰਸੀ ਤੇ ਬੈਠ ਜਾਓ। ਤੇ ਉਸ ਤੋਂ ਪਹਿਲਾਂ ਬਾਦਲ ਸਾਹਿਬ ਵੇਲੇ ਵੀ ਇਦਾਂ ਹੁੰਦਾ ਸੀ ਕਿ ਸਰਕਾਰ ਤੈਅ ਕਰ ਦਿੰਦੀ ਸੀ, ਮੁੱਖ ਮੰਤਰੀ ਇੱਕ ਨਾਂ ਦੇ ਦਿੰਦਾ ਸੀ, ਉਹ ਜਾ ਕੇ ਬੰਦਾ ਵੀਸੀ ਤੇ ਬਹਿ ਜਾਂਦਾ ਸੀ। ਅੰਡਰਸਟੈਂਡਿੰਗ ਹੋ ਜਾਂਦੀ ਹੋਣੀ ਹੈ, ਅੰਡਰਸਟੈਂਡਿੰਗ ਸੀ। ਜੇ ਤਿੰਨ ਬੰਦਿਆਂ ਦਾ ਮੈਂ ਹਾਲਾਂਕਿ ਮੈਨੂੰ ਕਿਉਂਕਿ ਜਿਹੜੇ ਈਵਨ ਐਸਐਸਪੀਜ਼ ਜਾਂ ਹੋਰ ਅਹੁਦਿਆਂ ਤੇ ਵੀ ਲੋਕ ਲੱਗਦੇ ਆ, ਉਹ ਇੱਕ ਅੰਡਰਸਟੈਂਡਿੰਗ ਹੋ ਜਾਂਦੀ ਹੈ ਮਿਊਚੁਅਲ, ਉਹ ਕਨਵੇ ਕਰ ਦਿੱਤਾ ਜਾਂਦਾ ਹੈ ਵੀ ਆਹ 3 ਬੰਦਿਆਂ ਦਾ ਪੈਨਲ। ਈਵਨ ਤੁਸੀਂ ਦੇਖੋ ਡੀਜੀਪੀ ਦੀ ਨਿਯੁਕਤੀ ਵੀ ਪੈਨਲ ਜਾਂਦਾ ਹੈ ਨਾ ਜਦੋਂ ਜਾਂਦਾ, ਤਾਂ ਇਹ ਕਿਤੇ ਨਾ ਕਿਤੇ ਕਿਉਂਕਿ ਹੋਮ ਮਿਨਿਸਟਰੀ ਦਾ ਸਿੱਧਾ ਇਹਦੇ ਵਿੱਚ ਜਿਹੜੇ ਵੀ ਸਟੇਟ ਦੇ ਵਿੱਚ ਕਿਸੇ ਦੀ ਵੀ ਸਰਕਾਰ ਹੈ, ਚਾਹੇ ਉਹ ਕਾਂਗਰਸ ਦੀ ਰਹਿੰਦੀ ਹੈ, ਬੀਜੇਪੀ ਦੀ ਰਹਿੰਦੀ ਹੈ, ਤਾਂ ਹੋਮ ਮਿਨਿਸਟਰੀ ਔਰ ਜਿਹੜੀਆਂ ਡਿਫੈਂਸ ਏਜੰਸੀਜ਼ ਨੇ ਉਹਨਾਂ ਦੀ ਸਿੱਧੀ ਇੰਟਰਵੈਂਸ਼ਨ ਇਸ ਗੱਲ 'ਚ ਰਹਿੰਦੀ ਹੈ ਕਿ ਸੂਬੇ ਦਾ ਡੀਜੀਪੀ ਲਾ ਕਿਹਨੂੰ ਰਹੇ ਹੋ ਤੁਸੀਂ। ਔਰ ਜਦੋਂ ਉਹ ਲੱਗਦੇ ਤਾਂ ਫਿਰ ਉਹ ਕਈ ਵਾਰੀ ਸਿਰਫ ਔਪਚਾਰਿਕਤਾ ਹੁੰਦੀ ਹੈ ਵੀ ਉਹ ਨਾਮ ਭੇਜਣੇ ਪੈਂਦੇ, ਪਰ ਉਹ ਜਾਂਦੇ ਆ, ਪਰ ਜਾਂਦੇ ਜ਼ਰੂਰ, ਪਤਾ ਹੁੰਦਾ ਵੀ ਕਿਹਨੂੰ ਲਾਉਣਾ ਜਦੋਂ। ਜੇ ਅਸਲੀ ਕਾਨੂੰਨੀ ਤੌਰ ਤੇ ਗੱਲ ਕਰੀਏ ਤਾਂ ਰਾਜਪਾਲ ਸਹੀ ਕਹਿ ਰਹੇ ਨੇ ਕਿ ਇਹ ਪ੍ਰੋਸੈਸ ਹੁੰਦਾ, ਤੁਸੀਂ ਉਹ ਪ੍ਰੋਸੈਸ ਫੋਲੋ ਚਾਹੀਦਾ ਸੀਗਾ, ਵੀ ਉਹ ਅਪਣਾਉਣਾ ਚਾਹੀਦਾ ਸੀ। ਪਰ ਜੇ ਆਪਾਂ ਪੁਰਾਣੀਆਂ ਸਰਕਾਰਾਂ ਦੇ ਨਾਲ ਤੁਲਨਾ ਕਰਕੇ ਦੇਖ ਲਈਏ, ਉਦੋਂ ਇਦਾਂ ਦੇ ਠੀਕ ਹੈ, ਉਦੋਂ ਇਹ ਮੈਟਰ ਨਹੀਂ ਆਏ। ਜੇ ਮੰਨ ਵੀ ਲੈਂਦੇ ਤਾਂ ਨਾ ਵੀ ਰੌਲਾ ਪਾਉਂਦੇ, ਔਰ ਉਹ ਦੋਨੋਂ ਕਾਬਲ, ਜਾਂ ਤਾਂ ਫਿਰ ਕਾਬਲੀਅਤ ਤੇ ਜੇ ਸ਼ੱਕ ਹੈ ਤਾਂ ਫਿਰ ਇਹ ਵੀ ਖੁੱਲ ਕੇ ਕਹਿ ਦੇਣਾ ਚਾਹੀਦਾ ਸੀਗਾ ਵੀ ਡਾਕਟਰ ਵਾਂਡਰ ਤੇ ਡਾਕਟਰ ਗੋਸਲ ਦੀ ਕਾਬਲੀਅਤ ਤੇ ਹੀ ਸ਼ੱਕ ਹੈ ਸਾਨੂੰ, ਤੇ ਇਸ ਕਰਕੇ ਅਸੀਂ ਇਹ ਮਨਾ ਕਰ ਰਹੇ ਹਾਂ। ਜੇ ਨਹੀਂ ਹੈ ਤਾਂ ਮੈਨੂੰ ਲੱਗਦਾ ਦਿਸ ਇਜ਼ ਮੋਰ ਆਫ ਅ ਪੋਲੀਟੀਕਲ। ਇੱਕ ਗੱਲ ਹੋਰ ਮੱਕੜ ਸਾਹਿਬ ਉਹਨਾਂ ਨੇ ਕਹੀ ਆ, ਉਹ ਕਹਿੰਦੇ ਕਿ ਬਤੌਰ ਚਾਂਸਲਰ ਮੈਂ ਰਾਜਪਾਲ ਵੀ ਹਾਂ ਤੇ ਜਿੰਨੀਆਂ ਯੂਨੀਵਰਸਿਟੀ ਨੇ ਸਭ ਦਾ ਮੈਂ ਚਾਂਸਲਰ ਹਾਂ। ਉਹ ਕਹਿੰਦੇ ਕਿ ਸਲਾਹ ਤਾਂ ਲੈ ਲੈਣੀ ਚਾਹੀਦੀ ਸੀ, ਜਾਂ ਘੱਟੋ ਘੱਟ ਮੈਨੂੰ ਦੱਸ ਤਾਂ ਦਿੰਦੇ ਕਿ ਇਹ ਚੀਜ਼ ਹੋ ਗਿਆ। ਉਹ ਇੱਕ ਬੜੀ ਕਮਾਲ ਦੀ ਗੱਲ ਕਰਕੇ ਗਏ ਨੇ ਐਂਡ ਦੇ ਵਿੱਚ, ਤੇ ਉਹ ਕਹਿੰਦੇ ਕਿ ਮੈਨੂੰ ਇਸ ਦਾ ਪਤਾ ਉਦੋਂ ਲੱਗਿਆ ਵੀ ਮੈਨੂੰ ਕਹਿੰਦੇ ਨਹੀਂ ਪਤਾ ਸੀ। ਪੱਤਰਕਾਰਾਂ ਨੇ ਸਵਾਲ ਕੀਤਾ ਕਿ ਸਰ ਵੀ ਇਹ ਮੈਟਰ ਸ਼ੁਰੂ ਕਿੱਥੋਂ ਹੋਇਆ, ਇੰਨੇ ਦਿਨ ਕਿਵੇਂ ਲੱਗੇ, ਵੀ ਇੱਕ ਸਵਾਲ ਹੈ ਕਿ ਗਵਰਨਰ ਸਾਹਿਬ ਇੰਨੇ ਦਿਨਾਂ ਬਾਅਦ ਰਿਐਕਟ ਕਿਉਂ ਕਰਦੇ ਆ, ਕਿਉਂ ਰਿਐਕਟ ਕੀਤਾ। ਉਹ ਕਹਿੰਦੇ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਸ ਚੀਜ਼ ਬਾਰੇ ਵੀ ਕਿਹੜਾ ਬੰਦਾ ਕਿੱਥੇ ਜਾ ਕੇ ਵੀਸੀ ਕਿਹੜੀ ਯੂਨੀਵਰਸਿਟੀ ਦਾ ਲੱਗ ਗਿਆ। ਉਹ ਕਹਿੰਦੇ ਕਿ ਇੱਕ ਬੰਦਾ ਆਉਂਦਾ, ਮੰਨ ਲਓ ਕਿ ਗੋਸਲ ਸਾਹਿਬ ਸ਼ਾਇਦ ਆਉਂਦੇ, ਉਹ ਕਹਿੰਦੇ ਕਿ ਉਹ ਕਹਿ ਰਿਹਾ ਕਿ ਮੈਂ ਇਸ ਫਲਾਣੀ ਯੂਨੀਵਰਸਿਟੀ ਦਾ ਵੀਸੀ ਹਾਂ ਜੀ, ਆਪਾਂ ਇੱਕ ਯੂਨੀਵਰਸਿਟੀ 'ਚ ਮੇਲਾ ਕਰਾਉਣਾ, ਤੁਸੀਂ ਉੱਥੇ ਜ਼ਰੂਰ ਪਹੁੰਚਣਾ ਤੇ ਆਪਣੀ ਸਹਿਮਤੀ ਵੀ ਦੇ ਦਿਓ। ਉਹ ਕਹਿੰਦੇ ਕਿ ਮੈਂ ਫਿਰ ਕਿਹਾ ਵੀ ਕਿੱਥੇ ਦਾ ਵੀਸੀ, ਕਿਹੜੀ ਯੂਨੀਵਰਸਿਟੀ ਦਾ ਵੀਸੀ। ਉਹ ਕਹਿੰਦੇ ਕਿ ਮੈਨੂੰ ਉਦੋਂ ਪਤਾ ਲੱਗਿਆ। ਪਰ ਇਹ ਕੀ ਪੋਸੀਬਲ ਹੈ ਰਾਓ ਜੀ, ਥੋੜਾ ਜਿਹਾ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ
ਇੰਨਾ ਰੌਲਾ ਮੀਡੀਆ ਨੇ ਚਲਾਇਆ, ਅਖਬਾਰਾਂ 'ਚ ਛਪ ਗਿਆ। ਨਹੀਂ, ਇਹ ਬਾਅਦ ਦੀ ਪਹਿਲਾਂ ਦੀ ਗੱਲ ਦੱਸ ਰਹੇ ਨੇ ਨਾ। ਉਹ ਕਹਿੰਦੇ ਕਿ ਜਦੋਂ ਮੈਂ ਇਹ ਮਤਲਬ ਵੀ ਤੁਸੀਂ ਆਪੱਤੀ ਕਿਉਂ ਜਤਾਈ, ਰਾਜਪਾਲ ਨੇ ਸਭ ਤੋਂ ਪਹਿਲਾਂ, ਕਿਉਂਕਿ ਸਰਕਾਰ ਨੇ ਅਨਾਉਂਸ ਕਰ ਦਿੱਤਾ ਸੀ ਗੋਸਲ ਦਾ ਨਾਮ, ਉਸ ਤੋਂ ਬਾਅਦ ਜਦੋਂ ਸਵਾਲ ਹੋਇਆ ਸੀ ਕਿ ਤੁਸੀਂ ਇਸ ਮੈਟਰ ਨੂੰ ਕਿੱਥੋਂ ਚੱਕਿਆ, ਉਹ ਕਲੀਅਰ ਕਰਕੇ ਗਏ ਨੇ। ਕਹਿੰਦੇ ਕਿ ਉਹ ਗੋਸਲ ਸਾਹਿਬ ਜਾਂ ਵੀਸੀ ਮੇਰੇ ਕੋਲ ਆਏ ਸੀ ਮੇਲਾ ਕਰਾਉਣ ਦੇ ਲਈ, ਫਿਰ ਕਹਿੰਦੇ ਮੈਨੂੰ ਉਦੋਂ ਪਤਾ ਲੱਗਦਾ ਕਿ ਸਰਕਾਰ ਨੇ ਯੂਨੀਵਰਸਿਟੀ ਦਾ ਵੀਸੀ ਇਹਨਾਂ ਨੂੰ ਲਾਤਾ। ਉਹ ਕਹਿੰਦੇ ਫਿਰ ਉਸ ਤੋਂ ਬਾਅਦ ਮੈਂ ਕਿਹਾ ਕਿ ਇਹ ਗੱਲਾਂ ਠੀਕ ਨਹੀਂ, ਘੱਟੋ ਘੱਟ ਮੈਂ ਚਾਂਸਲਰ ਹਾਂ, ਮੈਨੂੰ ਪਤਾ ਤਾਂ ਹੋਵੇ ਕਿਹੜਾ ਵੀਸੀ ਲੱਗ ਗਿਆ। ਹਾਂ, ਉਹ ਕਹਿੰਦੇ ਕਿ ਫਿਰ ਮੈਂ ਸਰਕਾਰ ਨੂੰ ਇਹ ਚਿੱਠੀ ਲਿਖੀ ਸੀ। ਰੌਲਾ ਇੱਥੋਂ ਪਿਆ। ਉਹ ਜੇ ਸੱਦਾ ਸ਼ਾਇਦ ਜੇ ਨਾਲ ਦੇਣ ਜਾਂਦੇ ਸ਼ਾਇਦ ਲੰਘ ਜਾਣੀ ਸੀ ਗੱਡੀ। ਵੀਸੀ ਸਾਹਿਬ ਨਹੀਂ, ਖੈਰ ਇਹ ਤਾਂ ਇਹ ਹਜਮ ਕਰਨ ਵਾਲੀ ਗੱਲ ਨਹੀਂ ਹੈ। ਠੀਕ ਹੈ, ਗਵਰਨਰ ਸਾਹਿਬ ਦਾ ਇੱਕ ਸਤਿਕਾਰ ਹੈ ਔਰ ਉਹਨਾਂ ਦੀ ਇੱਕ ਕਨਸਟੀਟਿਊਸ਼ਨਲੀ ਇੱਕ ਜਿਹੜਾ ਕੱਦ ਹੈ ਉਹਦੀ ਇੱਜ਼ਤ ਕਰਦੇ ਆ ਸਾਰੇ। ਪਰ ਜੇ ਇਹ ਗੱਲ ਕਹਿਣ ਕਿ ਵੀਸੀ ਲੱਗ ਗਏ ਤੇ ਮੇਰੇ ਕੋਲੇ ਆਏ ਤੇ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਕੌਣ ਕਿਹਨੂੰ ਵੀਸੀ ਲਾਤਾ, ਤੇ ਇਹ ਮੇਰੇ ਖਿਆਲ ਇਹ ਰੌਲਾ ਵੀ ਮੱਕੜ ਸਾਹਿਬ ਵੈਸੇ 80% ਇਸੇ ਗੱਲ ਦਾ। ਉਹ ਜਿਵੇਂ ਉਹਨਾਂ ਨੇ ਕਿਹਾ ਕਿ ਮੈਨੂੰ ਯਾਰ ਨਹੀਂ ਦੱਸਿਆ ਤੁਸੀਂ, ਉਹਨਾਂ ਨੂੰ ਪਤਾ ਹੀ ਨਹੀਂ ਹੋਊਗਾ ਵੀ ਬਾਬਾ ਫਰੀਦ ਯੂਨੀਵਰਸਿਟੀ 'ਚ ਵੀਸੀ ਕਿਹਨੂੰ ਲਾਤਾ, ਤੇ PAU ਦਾ PAU ਤੇ ਵੀਸੀ ਲੱਗੇ ਤੇ ਬਾਬਾ ਫਰੀਦ ਵੀਸੀ ਲੱਗੇ ਤੇ ਪੇਜ 1 ਤੇ ਖਬਰਾਂ ਛਪੀਆਂ ਅਖਬਾਰਾਂ 'ਚ। ਸਾਰੇ ਮੀਡੀਆ ਨੇ, ਸਾਡੇ ਸਮੇਤ ਡਿਜੀਟਲ ਮੀਡੀਆ ਤੋਂ ਲੈ ਕੇ ਨਿਊਜ਼ ਚੈਨਲ, ਉਹ ਤਾਂ ਜਿਸ ਦਿਨ ਨਾ ਕਲੀਅਰ ਕੀਤਾ ਉਸੇ ਦਿਨ ਖਬਰਾਂ ਲੱਗ ਗਈਆਂ। ਸਵੇਰੇ ਉੱਠ ਕੇ ਗਵਰਨਰ ਹਾਊਸ 'ਚ ਅਖਬਾਰ ਤਾਂ ਜਾਂਦੀ ਹੋਣੀ, ਇਹ ਤਾਂ ਨਹੀਂ ਗੱਲ ਹੁੰਦੀ। ਪਰ ਇਹ ਹੈ ਕਿ ਇਹ ਚਲੋ ਖੈਰ ਉਹ ਕਿਉਂਕਿ ਰਿਸਪੈਕਟਡ ਨੇ ਤਾਂ ਉਹਨਾਂ ਦਾ ਇੱਕ ਅਹੁਦੇ ਦੀ ਇੱਕ ਗਣੀਮਾ ਰਹਿੰਦੀ ਹੈ, ਤਾਂ ਤੁਹਾਨੂੰ ਉਹਨਾਂ ਦੀ ਗੱਲਾਂ ਜਿਹੜੀਆਂ ਉਹ ਮੰਨਣੀਆਂ ਪੈਣਗੀਆਂ। ਪਰ ਇਸ ਰੇੜਕੇ ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਤਾਂ ਇਹ ਹੈ ਕਿ ਪੋਲੀਟੀਕਲੀ ਹੁਣ ਹਿਮਾਚਲ ਦੀਆਂ ਚੋਣਾਂ ਜਿਹੜੀਆਂ ਅਨਾਉਂਸ ਹੋਈਆਂ ਨੇ ਜੀ, ਦੂਜੇ ਪਾਸੇ ਗੁਜਰਾਤ ਦੀਆਂ ਚੋਣਾਂ ਨੇ, ਔਰ ਇਸੇ ਤਰ੍ਹਾਂ ਦਾ ਜਿਹੜਾ ਰੌਲਾ ਦਿੱਲੀ ਦੇ ਵਿੱਚ ਅਕਸਰ ਰਹਿੰਦਾ ਸੀ। ਜਦੋਂ ਪੰਜਾਬ ਚੋਣਾਂ ਤੋਂ ਪਹਿਲਾਂ ਵੀ ਅਸੀਂ ਦੇਖਿਆ ਤੇ ਨਜੀਬ ਜੰਗ ਸਾਹਿਬ ਨਾਲ ਤਾਂ ਰੋਜ਼ ਰਹਿੰਦਾ ਸੀ, ਫਸੇ ਰਹਿੰਦੇ ਸੀ। LG ਨਾਲ ਕੇਜਰੀਵਾਲ ਸਾਹਿਬ ਜਾ ਕੇ ਬੈਠ ਵੀ ਗਏ, ਪੁਲਿਸ ਨੂੰ ਲੈ ਕੇ ਹੋਵੇ ਭਾਵੇਂ ਹੋਰ ਮੈਟਰ ਤੇ। ਪਰ ਮੈਨੂੰ ਲੱਗਦਾ ਕਿ ਇਹ ਪੰਜਾਬ ਦੀ ਜਿਹੜੀ ਪੋਲਿਟਿਕਸ ਲਈ ਹੈਲਦੀ ਗੱਲ ਨਹੀਂ ਹੈ। ਜੇ ਗਵਰਨਰ ਨਾਲ ਸਰਕਾਰ ਦੀ ਜਿਹੜਾ ਕੋਆਰਡੀਨੇਸ਼ਨ ਹੈ ਉਹ 'ਚ ਕੱਲ ਨੂੰ ਤੁਸੀਂ ਕੋਈ ਕਾਨੂੰਨ ਬਣਾ ਕੇ ਭੇਜਿਆ ਕਰੋਗੇ ਸਾਈਨ ਕਰਨ ਵਾਸਤੇ ਤੇ ਉਹ ਫਾਈਲ ਰੱਖਿਆ ਕਰਨਗੇ ਆਪਦੇ ਕੋਲ, ਜਾਂ ਇਹੋ ਜਿਹੀਆਂ ਚੀਜ਼ਾਂ ਹੋਣ ਲੱਗ ਗਈਆਂ ਤਾਂ ਪੰਜਾਬ ਪਹਿਲਾਂ ਸੰਤਾਪ ਜਿਹੜਾ ਝੱਲੀ ਬੈਠਾ ਹੈ। ਤਾਂ ਇਹ ਕੁਝ ਨਹੀਂ ਹੋਣਾ ਚਾਹੀਦਾ। ਔਰ ਕਨਸਟੀਟਿਊਸ਼ਨਲੀ ਜਿਹੜੀਆਂ ਪਾਵਰਸ ਨੇ ਗਵਰਨਰ ਦੀਆਂ, ਜਾਂ ਚੰਡੀਗੜ੍ਹ ਨੂੰ ਲੈ ਕੇ ਹੀ ਬਹੁਤ ਕੁਝ ਜਿਹੜਾ ਉਹਨਾਂ ਦੇ ਕੰਟਰੋਲ ਦੇ ਵਿੱਚ ਹੈ, ਤੇ ਉਹ ਇਹ ਰੇੜਕਾ ਨਹੀਂ ਹੋਣਾ ਚਾਹੀਦਾ। ਔਰ ਇਹਦੇ 'ਚ ਬਨਵਾਰੀ ਲਾਲ ਪੁਰੋਹਿਤ ਸਾਹਿਬ ਨੂੰ ਵੀ ਬੜੇ ਮੈਚੋਰਟੀ ਦੇ ਨਾਲ ਪੰਜਾਬ ਪ੍ਰਤੀ ਦੇਖਣਾ ਚਾਹੀਦਾ। ਸਿੱਖਾਂ ਦਾ ਵੀ ਜ਼ਿਕਰ ਕੀਤਾ ਅੱਜ ਉਹਨਾਂ ਨੇ, ਕਿਹਾ ਮੈਂ ਇੱਥੇ ਸਿੱਖੀ ਬਹੁਤ ਜਾਨਾ ਆ ਕੇ ਔਰ ਮੈਂ ਲਰਨ ਕਰ ਰਿਹਾ। ਇਸ ਤੋਂ ਪਹਿਲਾਂ ਵੀ ਉਹ ਸੀਨੀਅਰ ਨੇ। ਤਾਂ ਆਮ ਆਦਮੀ ਪਾਰਟੀ ਨੂੰ ਜਿਹੜੀ ਇਸ ਤਰ੍ਹਾਂ ਦੀ ਪੋਲਿਟਿਕਸ ਤੋਂ ਗਰੇਜ਼ ਕਰਕੇ ਪੰਜਾਬ ਦੀ ਬੈਟਰਮੈਂਟ ਲਈ ਜਾਣਾ ਚਾਹੀਦਾ। ਔਰ ਜੇ ਕੋਈ ਕਾਬਲੀਅਤ ਤੇ ਸ਼ੱਕ ਹੈ ਤਾਂ ਸ਼ਾਇਦ ਅੱਜ ਇਨਡਾਇਰੈਕਟਲੀ ਉਹ ਬਹੁਤ ਵੱਡਾ ਕਟਾਕਸ਼ ਕਰ ਗਏ ਰਾਓ ਜੀ। ਤੇ ਤੁਹਾਡਾ ਵੀ ਗਿਲਾ ਰਹਿੰਦਾ ਅਕਸਰ ਕਿ ਮੈਂ ਬੋਲਦਾ ਤੇ ਤੁਸੀਂ ਬੋਲਦੇ ਘੱਟ, ਇਸ ਕਰਕੇ ਅੱਜ ਸਿਆਸਤ ਲਾਈਵ ਦਾ ਬਹੁਤ ਸ਼ੁਕਰੀਆ ਇਹਦੇ ਲਈ ਤੁਹਾਡਾ ਕਿ ਅੱਜ ਤੁਹਾਨੂੰ ਮੌਕਾ ਦਿੱਤਾ ਵੀ ਤੁਸੀਂ ਆਪਦੀ ਗੱਲ ਰੱਖ ਸਕਦੇ ਹੋ ਜੀ। ਸੋ ਮੈਂ ਸ਼ੁਰੂ ਕੀਤਾ ਸੀ, ਮੈਨੂੰ ਲੱਗਦਾ ਰਾਓ ਜੀ ਉੱਧਰ ਕੈਮਰੇ ਕੰਨੀ ਦੇਖ ਰਹੇ ਸੀ। ਮੈਂ ਹੀ ਖਤਮ ਕਰਦਾ ਜੀ, ਬਹੁਤ ਧੰਨਵਾਦ।